ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਮਰੂਨ ਮੁੱਦੇ ਤੇ ਇੰਡੀਜਨਸ ਕਮਿਊਨਿਟੀ ਦੇ ਦੁੱਖ ਭਰਨ ਦੇ ਲਈ ਪੋਪ ਫ੍ਰਾਂਸਿਸ ਦਾ ਸਿਰਫ ਬਿਆਨ ਦੇਣਾ ਕਾਫੀ ਨਹੀਂ ਹੈ, ਮਾਫੀ ਮੰਗਣਾ ਵੀ ਹੈ ਜ਼ਰੂਰੀ। ਸਰਹੱਦੀ ਪਾਬੰਦੀਆਂ ਦੇ ਵਿੱਚ ਅਜੇ ਕੋਈ ਢਿੱਲ ਮਿਲਣ ਦੀ ਨਹੀਂ ਉਮੀਦ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕੈਨੇਡਾ ਆਉਣ ਵਾਲਿਆਂ ਦੇ ਵੈਕਸੀਨ ਲੱਗਣੀ ਜ਼ਰੂਰੀ। 1984 ਘੱਲੂਘਾਰੇ ਨੂੰ ਸਮਰਪਿਤ ਵੈਨਕੂਵਰ ਆਰਟ ਗੈਲਰੀ ਦੇ ਵਿੱਚ ਕੀਤਾ ਗਿਆ ਰੋਸ ਮੁਜ਼ਾਹਰਾ। 84 ਦੁਖਾਂਤ ਨੂੰ ਬਿਆਨ ਕਰਦਿਆਂ ਕਾਂਗਰਸ ਸਰਕਾਰ ਦੇ ਖਿਲਾਫ ਕੱਢੀ ਭੜਾਸ। ਖਬਰਾਂ ਵਿਸਥਾਰ ਦੇ ਨਾਲ। ਰਿਹਾਇਸ਼ੀ ਸਕੂਲਾਂ ਦੇ ਮੁੱਦੇ ਤੇ ਸਟੇਟਮੈਂਟ ਪੌਪ ਦੇ ਵੱਲੋਂ ਜਾਰੀ ਕਰਨਾ ਸਿਰਫ ਕਾਫੀ ਨਹੀਂ ਹੈ, ਇਸ ਤੇ ਮਾਫੀ ਦੀ ਮੰਗ ਬਾਰ-ਬਾਰ ਉੱਠ ਰਹੀ ਹੈ। ਕਰਾਊਨ ਇੰਡੀਜਨਸ ਰਿਲੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਪੌਪ ਫ੍ਰਾਂਸਿਸ ਦਾ ਬਿਆਨ ਕਾਫੀ ਨਹੀਂ ਹੈ, ਜਦਕਿ ਟੋਰਾਂਟੋ ਦੇ ਆਰਚ ਬਿਸ਼ਪ ਨੇ ਕਿਹਾ ਹੈ ਕਿ ਕੈਥੋਲਿਕ ਚਰਚ ਨੂੰ ਸਟੈਪ ਅਪ ਕਰਨ ਤੇ ਦਿੱਤੇ ਗਏ ਸੱਦੇ ਗੈਰ ਕਾਨੂੰਨੀ ਸਨ ਤੇ ਤੱਥਾਂ ਦੇ ਉੱਤੇ ਆਧਾਰਿਤ ਨਹੀਂ ਹੈ। ਦੇਖਦੇ ਹਾਂ ਇਸ ਤੇ ਇੱਕ ਰਿਪੋਰਟ। ਕੈਨੇਡੀਅਨ ਸਰਕਾਰ ਰਿਹਾਇਸ਼ੀ ਸਕੂਲਾਂ ਬਾਰੇ ਪੋਪ ਦੀਆਂ ਤਾਜ਼ਾ ਟਿੱਪਣੀਆਂ ਤੋਂ ਸੰਤੁਸ਼ਟ ਨਹੀਂ ਹੈ। ਕਰਾਊਨ ਇੰਡੀਜਨਸ ਰਿਲੇਸ਼ਨ ਮੰਤਰੀ ਕੈਰੋਲਿਨ ਬੈਰਟ ਨੇ ਕਿਹਾ ਹੈ ਕਿ ਰਿਹਾਇਸ਼ੀ ਸਕੂਲ ਸਰਵਾਈਵਰ ਤੇ ਉਹਨਾਂ ਦੇ ਨਾਲ ਡੀਲ ਕਰਨ ਵਾਲਿਆਂ ਤੋਂ ਪੋਪ ਨੂੰ ਮਾਫੀ ਮੰਗਣ ਦੀ ਲੋੜ ਹੈ। ਇਸ ਤਰਾਸਦੀ ਦੇ ਵਿੱਚ ਕੈਥੋਲਿਕ ਚਰਚ ਦੀ ਭੂਮਿਕਾ ਦੇ ਲਈ ਸਪਸ਼ਟ ਤੌਰ ਤੇ ਇਲਾਜ ਤੇ ਸਮਰਥਨ ਬੰਦ ਕਰਨ ਦੇ ਲਈ ਇਹ ਬਿਆਨ ਦੇ ਵਿੱਚ ਬੈਰਟ ਦੇ ਦਫ਼ਤਰ ਦੇ ਬੁਲਾਰੇ ਨੇ ਕਿਹਾ ਹੈ ਕਿ ਹਫ਼ਤੇ ਦੇ ਅੰਤ ਦੇ ਵਿੱਚ ਪੋਪ ਫ੍ਰਾਂਸਿਸ ਦੀਆਂ ਟਿੱਪਣੀਆਂ ਕਾਫੀ ਨਹੀਂ ਹੁੰਦੀਆਂ ਤੇ ਉਹ ਪੋਪ ਦੇ ਸਿੱਧੀ ਮਾਫੀ ਮੰਗਣ ਤੇ ਸੁਲ੍ਹਾ ਵੱਲ ਵਧਣ ਦੇ ਕਦਮ ਨੂੰ ਮਹੱਤਵਪੂਰਨ ਮੰਨਦੇ ਨੇ। ਐਤਵਾਰ ਨੂੰ ਪੋਪ ਫ੍ਰਾਂਸਿਸ ਨੇ ਕੈਮਲੂਪਸ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਦੀ ਜਗ੍ਹਾ ਦੇ ਉੱਤੇ 215 ਬੱਚਿਆਂ ਦੇ ਪਿੰਜਰ ਮਿਲਣ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹ ਕੈਨੇਡੀਅਨ ਦੇ ਨਾਲ ਨੇੜਤਾ ਮਹਿਸੂਸ ਕਰਦੇ ਨੇ। ਐਤਵਾਰ ਨੂੰ ਟੋਰਾਂਟੋ ਦੇ ਰੋਮਨ ਕੈਥੋਲਿਕ ਆਰਚ ਬਿਸ਼ਪ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਨੇ ਕਿ ਪ੍ਰਧਾਨ ਮੰਤਰੀ ਟਰੂਡੋ ਦੇ ਕੈਥੋਲਿਕ ਚਰਚ ਨੂੰ ਅੱਗੇ ਆਉਣ ਤੇ ਰਿਹਾਇਸ਼ੀ ਸਕੂਲਾਂ ਦੇ ਵਿੱਚ ਇਸ ਦੀ ਭੂਮਿਕਾ ਲਈ ਜ਼ਿੰਮੇਵਾਰੀ ਲੈਣ ਦੇ ਲਈ ਕਹਿਣਾ ਗੈਰ ਸਹਿਯੋਗੀ ਤੇ ਅਸਲ ਤੱਥਾਂ ਦੇ ਆਧਾਰਿਤ ਨਹੀਂ ਹੈ। ਹਾਲਾਂਕਿ ਉਹਨਾਂ ਇਸ ਮੁੱਦੇ ਤੇ ਕੈਥੋਲਿਕ ਦੀ ਭੂਮਿਕਾ ਸਾਹਮਣੇ ਲਿਆਉਣ ਦੀ ਗੱਲ ਜ਼ਰੂਰ ਆਖੀ ਹੈ। Immigrants. He's our spiritual leader in that way, but the Catholic Church is on the ground, and with the religious orders and with dioceses, that's I think where this needs to grow, and sometimes it's doing better, sometimes not, but that's where we need to pay our. ਉਧਰ ਪ੍ਰਧਾਨ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਇਹ ਪਿਛਲੇ ਹਫ਼ਤੇ ਕੀਤੀਆਂ ਟਿੱਪਣੀਆਂ ਤੇ ਹੀ ਖੜੀ ਹੈ। ਇਹ ਕਹਿੰਦੇ ਹੋਏ ਕਿ ਪੌਪ ਨੂੰ ਮਾਫੀ ਮੰਗਣ ਦੀ ਲੋੜ ਹੈ ਤੇ ਚਰਚ ਨੂੰ ਸਾਰੇ ਰਿਕਾਰਡ ਜਾਰੀ ਕਰਨ ਜਾਂ ਸੰਭਾਵਤ ਤੌਰ ਤੇ ਅਦਾਲਤ ਦੀ ਕਾਰਵਾਈ ਦਾ ਸਾਹਮਣਾ ਕਰਨ ਦੀ ਲੋੜ ਹੈ। ਗ੍ਰੀਨ ਪਾਰਟੀ ਵੀ ਇਸ ਤੋਂ ਖੁਸ਼ ਨਹੀਂ ਹੈ। ਵੈਟੀਕਨ ਨੇ ਅਜੇ ਤੱਕ ਰਸਮੀ ਤੌਰ ਤੇ ਮਾਫੀ ਨਹੀਂ ਮੰਗੀ ਹੈ। ਇਹ ਦੁਬਾਰਾ ਸਭ ਠੀਕ ਹੋਣ ਤੇ ਮੇਲ ਮਿਲਾਪ ਲਈ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ। ਇਸ ਹਫ਼ਤੇ ਦੇ ਅੰਤ ਵਿੱਚ ਪੌਪ ਨੇ ਦੁੱਖ ਜ਼ਾਹਿਰ ਕੀਤਾ ਪਰ ਮਾਫੀ ਨਹੀਂ ਮੰਗੀ। ਇਸ ਦੌਰਾਨ ਟਰੂਡੋ ਸਰਕਾਰ ਤੇ ਸੰਘੀ ਸਰਕਾਰ NDP ਦੁਆਰਾ ਸਵਦੇਸ਼ੀ ਲੋਕਾਂ ਦੇ ਨਾਲ ਮੇਲ ਮਿਲਾਪ ਤੇ ਤੇਜ਼ੀ ਨਾਲ ਕਾਰਵਾਈ ਕਰਨ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਰਿਹਾਇਸ਼ੀ ਸਕੂਲਾਂ ਤੇ ਰਿਕਾਰਡ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਕੈਥੋਲਿਕ ਚਰਚ ਤੋਂ ਫੀਡਬੈਕ ਮਿਲਦਾ ਹੈ ਤੇ ਬਾਅਦ ਵਿੱਚ ਕੈਮਲੂਪਸ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚ ਪਾਇਆ ਗਿਆ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਕੈਨੇਡਾ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੀਆਂ ਅਸਥੀਆਂ ਮਿਲਣ ਦਾ ਮਾਮਲਾ ਗਰਮਾਇਆ ਹੋਇਆ ਹੈ। ਇਸ ਉੱਤੇ ਹੁਣ ਸਾਬਕਾ ਕੈਬਨਿਟ ਮੰਤਰੀ ਜੌਰਡੀ ਵਿਲਸਨ ਰੇਬੋਰਡ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ਸਵਦੇਸ਼ੀ ਲੋਕਾਂ ਦੇ ਲਈ ਬਦਲਾਅ ਦੀ ਨੀਤੀ ਲਿਆਉਣ ਵਾਲੇ ਕਾਨੂੰਨ ਦੇ ਵਿੱਚ ਤਬਦੀਲੀ ਕਰੇ। Thanks for showing the picture of my community, and thanks for having me today. I mean, I have to say, like, I'm sure every Indigenous person and Canadians across the country, it's been really tough the last week or so. I find myself surprisingly feeling incredibly angry, of course, sad with respect to the horrific revelations that came out of Kamloops, although they weren't a surprise. I'm also frustrated, but it was good to be back in my community, and I recognize that there's not a single Indigenous person that isn't impacted by the legacy of residential schools and the institutions in this country, and it's an important conversation to have. Well, I hope so. I am a hopeful person. As you've said, there have been issues that have come up that have elevated Indigenous reconciliation, the horrific legacy of colonialism that still exists in this country today. It feels a bit different, and I think that the difference is that we've had the Truth and Reconciliation Commission report. We've had MMIWG's
important report, and Canadians are becoming more aware. I know that Canadians are thirsty for more knowledge, and with that, I hope comes a continued effort and pressing governments to actually turn the words into action. That's what has caused me significant frustration and anger, and I know the same is true for many Indigenous leaders across the country and Canadians. So I hope this is a time where we actually proceed and change words into actions. ਲੋਕ ਚਰਚਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਆ ਆਓ ਇਸ ਤੇ ਸੁਣਦੇ ਆ I think it's important for everybody to take action, not just the Pope. He holds a position, but every single individual citizen of this land has power. We all have power with our voices. I don't want to comment on church leaders. I think they've dropped the ball long enough. I'm focusing on my Indigenous friends and community and what they need, what we all need to do as immigrant settlers of ਅਗਲੀ ਅਹਿਮ ਖਬਰ ਦਾ ਰੁਖ ਕਰ ਲੈਂਦੇ ਹਾਂ 1984 ਦੇ ਘੱਲੂਘਾਰੇ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਨਕੂਵਰ ਦੇ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ ਪਿਛਲੇ ਕਈ ਸਾਲਾਂ ਤੋਂ ਜੂਨ ਦਾ 84 ਦਾ ਜਿਹੜਾ ਮਹੀਨਾ ਹੁੰਦਾ ਉਸ ਨੂੰ ਸਮਰਪਿਤ ਵੈਨਕੂਵਰ ਡਾਊਨਟਾਊਨ ਵਿਖੇ ਆਰਟ ਗੈਲਰੀ ਮੂਹਰੇ 71 ਲੋਕ ਹੁੰਦੇ ਨੇ ਤੇ ਇਸ ਵਾਰ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਰੋਸ ਦਾ ਮੁਜ਼ਾਹਰਾ ਕੀਤਾ ਤੇ ਉਸ ਚੀਜ਼ ਨੂੰ ਬਿਆਨ ਕੀਤਾ ਜੋ ਉਹਨਾਂ ਨੇ ਜਾਂ ਉਹਨਾਂ ਦੇ ਆਪਣਿਆਂ ਨੇ ਆਪਣੇ ਪਿੰਡੇ ਤੇ ਹੰਡਾਈ ਆਓ ਦੇਖਦੇ ਹਾਂ ਇਸ ਰੋਸ ਮੁਜ਼ਾਹਰੇ ਦੀਆਂ ਕੁਝ ਝਲਕੀਆਂ This humiliation, this degradation was intentional. That is why they cut our sacred hair. It was done to kill our spirit. The survivors of 84 were sent to live in the Lac Bihad, or widows' colony in Delhi. These mothers with no means of survival and with the means of needing to feed their children, they were forced to find work. Their children being uneducated and carrying the unwavering weight of being uneducated and the weight of what India stole from them turned to drugs as a means of numbing the memories of their trauma. And now the same bodies that went through 47 partition that stole so many, the same eyes that endured the unthinkable scenes of the 1984 Sikh genocide are the same bodies that sit, sleep and fight for our rights on the front lines of the farmers' protests. The state of India pushed the Green Revolution on the farmers. They said it would end poverty and help people, but they were actually serving corporate interests and the monster of capitalism. The so-called Green Revolution depleted our soils of nutrients, which in turn causes overuse of groundwater. Punjab, the lush land that was once known for its 5 rivers, is threatened by a complete drought by 2039. Our land rights are continuously being stripped away, and we are labeled as terrorists? For what? We talked about the 47 partition, and the 84 genocide, and the ongoing farmers' protests of today. ਗ੍ਰੀਨ ਕਾਰਡ ਮੰਗਣ ਵਾਲੇ ਪ੍ਰਵਾਸੀਆਂ ਦੇ ਖਿਲਾਫ ਸੁਪਰੀਮ ਕੋਰਟ ਨੇ ਨਿਯਮ ਨਵਾਂ ਤੈਅ ਕੀਤਾ ਹੈ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਰਬਸੰਮਤੀ ਦੇ ਨਾਲ ਫੈਸਲਾ ਸੁਣਾਇਆ ਕਿ ਪ੍ਰਵਾਸੀਆਂ ਨੂੰ ਅਸਥਾਈ ਤੌਰ ਤੇ ਸੰਯੁਕਤ ਰਾਜ ਦੇ ਵਿੱਚ ਰਹਿਣ ਦੀ ਆਗਿਆ ਮਨੁੱਖੀ ਕਾਰਨਾਂ ਕਰਕੇ ਗ੍ਰੀਨ ਕਾਰਡ ਲਈ ਨਹੀਂ ਦੇ ਸਕਦੇ ਜੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਦਾਖਲ ਹੁੰਦੇ ਨੇ 2001 ਦੇ ਵਿੱਚ ਐਲ ਸੈਲਵਾਡੋਰ ਦੇ ਵਿੱਚ ਆਏ ਭੂਚਾਲ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੇ ਉਸ ਦੇਸ਼ ਦੇ ਨਾਗਰਿਕਾਂ ਨੂੰ ਅਸਥਾਈ ਪ੍ਰੋਟੈਕਟਿਡ ਸਟੇਟਸ ਪ੍ਰੋਗਰਾਮ ਦੇ ਯੋਗ ਬਣਾਇਆ ਇਹ ਪ੍ਰੋਗਰਾਮ ਦੁਨੀਆ ਦੇ ਕਈ ਹਿੱਸਿਆਂ ਤੋਂ ਪ੍ਰਵਾਸੀਆਂ ਨੂੰ ਹਥਿਆਰਬੰਦ ਟਕਰਾਅ ਤੇ ਕੁਦਰਤੀ ਆਫਤਾਂ ਦਾ ਸਾਹਮਣਾ ਕਰਨ ਵਾਲੇ ਦੇਸ਼ ਨਿਕਾਲੇ ਤੋਂ ਬਚਾਉਂਦਾ ਹੈ ਤੇ ਉਹਨਾਂ ਨੂੰ ਸੰਯੁਕਤ ਰਾਜ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਵੀ ਦਿੰਦਾ ਹੈ ਦੇਖਦੇ ਹਾਂ ਇਸ ਤੇ ਇੱਕ ਰਿਪੋਰਟ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਰਬਸੰਮਤੀ ਨਾਲ ਫੈਸਲਾ ਸੁਣਾਇਆ ਕਿ ਪ੍ਰਵਾਸੀਆਂ ਨੂੰ ਸਥਾਈ ਤੌਰ ਤੇ ਸੰਯੁਕਤ ਰਾਜ ਦੇ ਵਿੱਚ ਰਹਿਣ ਦੀ ਆਗਿਆ ਮਨੁੱਖੀ ਕਾਰਨਾਂ ਕਰਕੇ ਗ੍ਰੀਨ ਕਾਰਡ ਲਈ ਨਹੀਂ ਦੇ ਸਕਦੀ ਜੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਦਾਖਲ ਹੋਏ ਨੇ ਜਸਟਿਸ ਸੈਲੇਨਾ ਕੈਗਨ ਨੇ ਸਰਬਸੰਮਤੀ ਦੇ ਨਾਲ ਅਦਾਲਤ ਲਈ ਇਹ ਲਿਖਿਆ ਹੈ ਅੱਜ ਦਾ ਇਹ ਫੈਸਲਾ ਉਹਨਾਂ ਪ੍ਰਵਾਸੀਆਂ ਲਈ ਸਿਰਫ ਇੱਕ ਝਟਕਾ ਨਹੀਂ ਹੈ ਜੋ ਇਸ ਸਮੇਂ ਅਸਥਾਈ ਪ੍ਰੋਟੈਕਟਿਡ ਸਥਿਤੀ ਦੇ ਵਿੱਚ ਨੇ ਜੋ ਸੰਯੁਕਤ ਰਾਜ ਦੇ ਵਿੱਚ ਕਾਨੂੰਨੀ ਤੌਰ ਤੇ ਦਾਖਲ ਨਹੀਂ ਹੋਏ ਸਟੀਵ
ਵਲਾਇਰਕ ਨੇ ਕਿਹਾ ਹੈ ਕਿ ਇਹ ਉਹਨਾਂ ਰੁਕਾਵਟਾਂ ਨੂੰ ਹੋਰ ਵੀ ਪੱਕਾ ਕਰਦਾ ਹੈ ਜਿਨ੍ਹਾਂ ਦਾ ਸੁਪਨਾ ਵੇਖਣ ਵਾਲਿਆਂ ਨੂੰ ਉਦੋਂ ਤੱਕ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਤੱਕ ਕਾਂਗਰਸ ਕਿਸੇ ਕਿਸਮ ਦੀ ਸਥਾਈ ਕਾਨੂੰਨੀ ਰੁਤਬੇ ਦੇ ਲਈ ਕਾਨੂੰਨੀ ਰਸਤਾ ਪ੍ਰਦਾਨ ਨਹੀਂ ਕਰਦੇ। CNN ਸੁਪਰੀਮ ਕੋਰਟ ਦੇ ਵਿਸ਼ਲੇਸ਼ਕ ਤੇ ਟੈਕਸਸ ਯੂਨੀਵਰਸਿਟੀ ਆਫ ਲਾਅ ਦੇ ਪ੍ਰੋਫੈਸਰ ਨੇ ਕਿਹਾ ਹੈ ਕਿ ਕਾਰਜਕਾਰੀ ਸ਼ਾਖਾ ਦੇ ਕੋਲ ਉਹਨਾਂ ਲੋਕਾਂ ਨੂੰ ਸਥਾਈ ਕਾਨੂੰਨੀ ਰੁਤਬੇ ਪ੍ਰਦਾਨ ਕਰਨ ਦਾ ਕੁਝ ਅਧਿਕਾਰ ਹੋ ਸਕਦਾ ਹੈ ਜਿਨ੍ਹਾਂ ਨੇ ਬਿਨਾਂ ਆਗਿਆ ਦੇ ਸਰਹੱਦ ਪਾਰ ਕੀਤੀ ਹੈ। ਪਰ ਸੁਪਰੀਮ ਕੋਰਟ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਹ ਅਸਿੱਧੇ ਤੌਰ ਤੇ ਸਿਰਫ ਕਾਂਗਰਸ ਹੀ ਸਥਾਈ ਜਵਾਬ ਦੇ ਸਕਦੀ ਹੈ। ਇਹ ਕੇਸ ਹੋਜ਼ੇ ਸੈਂਚੇਜ਼ ਬਨਾਮ ਮੇਅਰਕॉस ਤੇ ਸੋਨੀਆ ਗੋਂਜੈਲਸ ਦੇ ਨਾਲ ਸੰਬੰਧਿਤ ਹੈ ਜੋ ਨਿਊ ਜਰਸੀ ਦਾ ਇੱਕ ਜੋੜਾ ਹੈ। 1997 ਤੇ 1998 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਆਇਆ ਸੀ ਤੇ ਹੁਣ ਉਹਨਾਂ ਦੇ 4 ਬੱਚੇ ਨੇ। ਉਹਨਾਂ ਦਾ ਸਭ ਤੋਂ ਛੋਟਾ ਬੇਟਾ ਅਮਰੀਕਾ ਦੇ ਵਿੱਚ ਪੈਦਾ ਹੋਇਆ ਤੇ ਉੱਥੋਂ ਦਾ ਹੀ ਨਾਗਰਿਕ ਹੈ। 2001 ਦੇ ਵਿੱਚ ਐਲ ਸੈਲਵਾਡੋਰ ਦੇ ਵਿੱਚ ਆਏ। ਭੁਚਾਲਾਂ ਦੀ ਲੜੀ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਨੇ ਉਸ ਦੇਸ਼ ਦੇ ਨਾਗਰਿਕਾਂ ਨੂੰ ਅਸਥਾਈ ਪ੍ਰੋਟੈਕਟਿਡ ਸਟੇਟਸ ਪ੍ਰਦਾਨ ਜਿਹੜਾ ਪ੍ਰੋਗਰਾਮ ਹੈ ਉਸ ਲਈ ਯੋਗ ਬਣਾਇਆ। ਇਹ ਪ੍ਰੋਗਰਾਮ ਦੁਨੀਆ ਦੇ ਕਈ ਹਿੱਸਿਆਂ ਤੋਂ ਪ੍ਰਵਾਸੀਆਂ ਨੂੰ ਹਥਿਆਰਬੰਦ ਟਕਰਾਅ ਤੇ ਕੁਦਰਤੀ ਆਫਤਾਂ ਦਾ ਸਾਹਮਣਾ ਕਰਨ ਵਾਲੇ ਦੇਸ਼ ਨਿਕਾਲੇ ਤੋਂ ਬਚਾਉਂਦਾ ਹੈ ਤੇ ਉਹਨਾਂ ਨੂੰ ਸੰਯੁਕਤ ਰਾਜ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਸੈਂਚੇਜ਼ ਤੇ ਗੋਂਜੈਲਸ ਇੱਕ ਵਿਆਹੁਤਾ ਜੋੜੇ ਨੂੰ ਪ੍ਰੋਗਰਾਮ ਦੇ ਤਹਿਤ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। 2014 ਵਿੱਚ ਉਹਨਾਂ ਨੇ ਕਾਨੂੰਨ ਸਥਾਈ ਨਿਵਾਸ ਦੇ ਲਈ ਅਰਜ਼ੀ ਦਿੱਤੀ ਜਿਸ ਨੂੰ ਆਮ ਤੌਰ ਤੇ ਗ੍ਰੀਨ ਕਾਰਡ ਵਜੋਂ ਜਾਣਿਆ ਜਾਂਦਾ ਹੈ। ਉਸ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਉਸਨੇ ਮੁਕੱਦਮਾ ਦਾਇਰ ਕੀਤਾ। ਤੀਸਰੇ ਸਰਕਿਟ ਦੇ ਲਈ ਯੂਨਾਈਟਿਡ ਸਟੇਟਸ ਕੋਰਟ ਆਫ ਅਪੀਲਜ਼ ਫਿਲਾਡੈਲਫੀਆ ਦੇ ਵਿੱਚ ਉਹਨਾਂ ਦੇ ਖਿਲਾਫ ਸ਼ਾਸਨ ਕੀਤਾ ਇਹ ਕਹਿੰਦੇ ਹੋਏ ਕਿ ਉਹ ਇਮੀਗ੍ਰੇਸ਼ਨ ਕਾਨੂੰਨਾਂ ਦੇ ਇੱਕ ਭਾਗ ਦੇ ਤਹਿਤ ਯੋਗ ਨੇ। ਇਸ ਦੇ ਲਈ ਬਿਨੈਕਾਰਾਂ ਨੂੰ ਯੂਨਾਈਟਿਡ ਸਟੇਟ ਦੇ ਵਿੱਚ ਨਿਰੀਖਣ ਤੇ ਭਰਤੀ ਕਰਨ ਦੀ ਲੋੜ ਹੁੰਦੀ ਹੈ। ਕੇਸ ਨੇ ਇਮੀਗ੍ਰੇਸ਼ਨ ਕਾਨੂੰਨ ਦੀਆਂ 2 ਧਰਾਵਾਂ ਦਾ ਸਾਹਮਣਾ ਕੀਤਾ ਹੈ। ਇੱਕ ਜੋ ਕਹਿੰਦਾ ਹੈ ਕਿ TPS ਵਿਚਲੇ ਲੋਕਾਂ ਨੂੰ ਕਾਨੂੰਨੀ ਸਥਿਤੀ ਨੂੰ ਬਣਾਈ ਰੱਖਣ ਵਿੱਚੋਂ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਇੱਕ ਹੋਰ ਜੋ ਸਥਿਤੀ ਨੂੰ ਵਿਵਸਥਿਤ ਕਰਨ ਦੇ ਲਈ ਕਹਿੰਦਾ ਹੈ TPS ਦੇ ਵਿੱਚ ਇੱਕ ਵਿਅਕਤੀ ਨੂੰ ਕਾਨੂੰਨੀ ਤੌਰ ਤੇ ਦਾਖਲ ਹੋਣਾ ਚਾਹੀਦਾ ਹੈ। ਕੈਗਨ ਨੇ ਕਿਹਾ ਹੈ ਕਿ TPS ਸਥਿਤੀ ਦਾ ਅਧਿਕਾਰ ਗੈਰ ਕਾਨੂੰਨੀ ਪ੍ਰਵੇਸ਼ ਕਰਨ ਵਾਲੇ ਸੈਂਚੇਜ਼ ਵਰਗਿਆਂ ਨੂੰ ਗ੍ਰੀਨ ਕਾਰਡ ਯੋਗ ਨਹੀਂ ਬਣਾਉਂਦਾ। ਕੈਗਨ ਨੇ ਕਿਹਾ ਹੈ ਕਿ ਇਸ ਦੇ ਵਿੱਚ ਕੋਈ ਵਿਵਾਦ ਨਹੀਂ ਸੀ ਕਿ ਸੈਂਚੇਜ਼ ਨੇ ਬਿਨਾਂ ਕਿਸੇ ਮੁਆਇਨੇ ਦੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਹੈ। ਉਹਨਾਂ ਕਿਹਾ ਕਿ ਇਮੀਗ੍ਰੇਸ਼ਨ ਕਾਨੂੰਨਾਂ ਦੀ ਇੱਕ ਸਿੱਧੀ ਵਰਤੋਂ ਉਸ ਨੂੰ ਕਾਨੂੰਨੀ ਤੌਰ ਤੇ ਸਥਾਈ ਨਿਵਾਸੀ ਵਜੋਂ ਰੁਤਬਾ ਦੇਣ ਤੋਂ ਇਨਕਾਰ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਦਾ ਹੈ ਕਿਉਂਕਿ ਉਸ ਨੂੰ ਕਾਨੂੰਨੀ ਤੌਰ ਤੇ ਦਾਖਲ ਨਹੀਂ ਕੀਤਾ ਗਿਆ ਸੀ। ਕੈਗਨ ਨੇ ਸਿੱਟਾ ਕੱਢਿਆ ਹੈ ਕਿ ਇਸ ਦੇ ਲਈ ਉਹ ਸਥਾਈ ਵਸਨੀਕ ਨਹੀਂ ਬਣ ਸਕਦਾ। ਇਸ ਸਮੇਂ ਦੇਸ਼ ਦੇ ਵਿੱਚ TPS ਸਥਿਤੀ ਵਾਲੇ ਲਗਭਗ 4 ਲੱਖ ਲੋਕ ਨੇ ਅਤੇ 85,000 ਨੇ ਸਥਿਤੀ ਨੂੰ ਵਿਵਸਥਿਤ ਕਰਨ ਦੇ ਵਿੱਚ ਸਫਲਤਾ ਪ੍ਰਦਾਨ ਕੀਤੀ ਹੈ। ਹਾਲਾਂਕਿ ਜ਼ਿਲ੍ਹਾ ਅਦਾਲਤ ਨੇ ਇਸ ਜੋੜੇ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਪਰ ਇੱਕ ਅਪੀਲ ਤੋਂ ਕੋਰਟ ਪਲਟ ਗਈ। ਇਹ ਮੰਨਿਆ ਕਿ TPS ਦਾਖਲਾ ਨਹੀਂ ਬਣਾਉਂਦਾ। ਅਦਾਲਤ ਵਿੱਚ ਹੌਜ਼ੇ ਸੋਨੀਆ ਦੇ ਵਕੀਲ MEM ਸਹਾਰੀਆ ਨੇ ਦਲੀਲ ਦਿੱਤੀ ਹੈ ਕਿ ਦਾਖਲ ਹੋਣ ਤੋਂ ਬਾਅਦ TPS ਸਥਿਤੀ ਦੇ ਵਿੱਚ ਸਹਿਜ ਹੈ ਪਰ ਮਾਈਕਲ R ਹਸਟਨ US ਸੋਲਿਸਿਟਰ ਜਨਰਲ ਦੇ ਸਹਾਇਕ ਨੇ ਜੋੜੇ ਦੇ ਵਿਰੁੱਧ ਬਹਿਸ ਕਰਦਿਆਂ ਸਥਿਤੀ ਤੇ ਦਾਖਲੇ ਦੇ ਵਿਚਕਾਰ ਦੀ ਇੱਕ ਲਕੀਰ ਖਿੱਚ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਹਾਲਾਂਕਿ ਕਾਂਗਰਸ ਨੇ ਕੁਝ ਵਿਅਕਤੀਆਂ ਨੂੰ ਆਪਣੀ ਸਥਿਤੀ ਨੂੰ ਅਨੁਕੂਲ ਕਰਨ ਦੇ ਯੋਗ ਬਣਾਇਆ ਸੀ ਜੋ ਮਾਪਦੰਡਾਂ ਨੂੰ ਪੂਰਾ ਕਰਦੇ ਨੇ। ਇਹ ਉਹਨਾਂ ਲਈ ਨਹੀਂ ਸੀ ਜਿਨ੍ਹਾਂ ਨੇ ਕਾਨੂੰਨੀ ਤੌਰ ਤੇ ਪ੍ਰਵੇਸ਼ ਨਹੀਂ ਕੀਤਾ ਸੀ। ਹਟਸਨ ਨੇ ਕਿਹਾ ਕਿ ਸਰਕਾਰ ਨੇ ਵਾਜਬ ਤੌਰ ਤੇ ਦ੍ਰਿੜਤਾ ਨਾਲ ਕਿਹਾ ਕਿ ਕਾਂਗਰਸ ਨੇ ਗੈਰ ਨਾਗਰਿਕਾਂ ਤੇ ਸਥਾਈ ਵਸਨੀਕਾਂ ਦੇ ਲਈ TPS ਨੂੰ ਇੱਕ ਵਿਸ਼ੇਸ਼ ਰਸਤੇ ਵਜੋਂ ਸਥਾਪਿਤ ਕੀਤਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ TPS ਦੇ ਤੌਰ ਤਰੀਕੇ ਕਰਕੇ ਇਸ ਅਧਿਕਾਰ ਤੋਂ ਰੋਕਿਆ ਗਿਆ ਸੀ। ਉਹਨਾਂ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਏਜੰਸੀ ਦੁਆਰਾ ਲਏ ਗਏ ਰੁਤਬੇ ਨੂੰ ਮੁਲਤਵੀ ਕਰੇ ਤੇ ਉਸ ਦੇ ਨੋਟ ਕੀਤਾ ਹੈ ਕਿ ਇੱਥੇ ਕਈ ਹਜ਼ਾਰਾਂ TPS ਧਾਰਕ ਨੇ ਜਿਨ੍ਹਾਂ ਨੇ ਆਪਣੀ ਸਥਿਤੀ ਨੂੰ ਠੀਕ ਕਰ ਲਿਆ ਹੈ। ਉਹਨਾਂ ਕਿਹਾ ਕਿ TPS ਧਾਰਕ ਜਾਣਦੇ ਨੇ ਕਿ ਇਹ ਹਟਾਏ ਜਾਣ ਤੋਂ ਰਾਹਤ ਦਾ ਇੱਕ ਅਸਥਾਈ ਰੂਪ ਹੈ ਤੇ ਇਸ ਦਾ ਸਦਾ ਨਹੀਂ ਰਹੇਗਾ। ਕੇਸ ਦੇ ਮੁੱਢਲੇ ਬਿੰਦੂ ਤੇ ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਸੀ ਕਿ TPS ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਦੇ ਵੀ ਗ੍ਰੀਨ ਕਾਰਡ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਬਾਈਡਨ ਪ੍ਰਸ਼ਾਸਨ ਦੀ ਸਥਿਤੀ ਸਰਕਾਰ ਨੂੰ ਆਪਣਾ ਮਨ ਬਦਲਣ ਦਾ ਮੌਕਾ ਦਿੰਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਮਹਾਮਾਰੀ ਦੀਆਂ ਪਾਬੰਦੀਆਂ ਨੂੰ ਢਿੱਲਾ ਕਰਨ ਦੇ ਨਾਲ ਕੌਮਾਂਤਰੀ ਸੈਲਾਨੀਆਂ ਦਾ ਸਵਾਗਤ ਕਰਨ ਦੇ ਲਈ ਇੱਕ ਪੜਾਅਵਾਰ ਪਹੁੰਚ ਅਪਣਾਉਣ ਦੀ ਯੋਜਨਾ ਬਣਾ ਰਹੀ ਹੈ। ਟਰੂਡੋ ਦਾ ਹਾਲਾਂਕਿ ਇਹ ਕਹਿਣਾ ਹੈ ਕਿ ਉਹ ਵਿਦੇਸ਼ੀ ਯਾਤਰੀਆਂ ਤੋਂ ਉੱਚ ਰੁਚੀ ਦੀ ਉਮੀਦ ਰੱਖਦੇ ਨੇ ਜੋ ਟੀਕਾਕਰਨ ਦੇ ਵਾਧੇ ਦੀਆਂ ਦਰਾਂ ਤੇ ਕੇਸਾਂ ਦੀ ਗਿਣਤੀ ਦੇ ਕਾਰਨ ਕੈਨੇਡਾ ਆਉਣਾ ਚਾਹੁੰਦੇ ਨੇ ਜੋ PR ਦੇਸ਼ਾਂ ਦੇ ਨਾਲੋਂ ਬਿਹਤਰ ਨੇ। ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਯਾਤਰੀਆਂ ਦੇ ਪੂਰੀ ਤਰ੍ਹਾਂ ਟੀਕੇ ਜਿਹੜੇ ਨੇ ਉਹ ਲੱਗੇ ਹੋਣ ਕਿਉਂਕਿ ਅਸੀਂ ਉੱਚ जोखिम नहीं लेना चाहते। चौथी लहर ना सिर्फ अर्थचारे ਲਈ बल्कि मनोबल ਦੇ ਲਈ भी विनाशकारी होगी। ट्रूडो ने कहा है कि कैनेडियनां ਦੀ ਸੁਰੱਖਿਆ ਨੂੰ ਸੇਧ ਦੇਵੇਗੀ परंतु मार्च 2020 ਤੋਂ ਲਾਗੂ ਸਰਹੱਦੀ ਪਾਬੰਦੀਆਂ ਨੂੰ ਢਿੱਲ ਦੇਣ ਦੇ ਲਈ ਕੋਈ ਸਮਾਂ ਹੱਦ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਡੈਲਟਾ ਵੇਰੀਐਂਟ ਸਮੇਤ ਕਈ ਰੂਪਾਂ ਦੇ ਵਿੱਚ ਅਜੇ ਵੀ ਚੁਣੌਤੀਆਂ ਨੇ ਜੋ ਨਾ ਸਿਰਫ ਭਾਰਤ ਦੇ ਬਲਕਿ ਅੱਜਕੱਲ UK ਤੇ ਵਿਸ਼ਵ ਭਰ ਦੇ ਹੋਰ ਥਾਵਾਂ ਦੇ ਵਿੱਚ ਵੀ ਪੂਰੀ ਚਿੰਤਾ ਦਾ ਕਾਰਨ ਬਣ ਰਹੀ ਹੈ। ਸਾਨੂੰ ਅਸਲ ਦੇ ਵਿੱਚ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਅਸੀਂ ਸਾਰਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਟਰੂਡੋ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦਾ ਸਵਾਗਤ ਕਰਨ ਦੇ ਤਰੀਕਿਆਂ ਤੇ ਨਜ਼ਰ ਰੱਖ ਰਹੀ ਹੈ ਕਿਉਂਕਿ ਘਰਾਂ
ਸੰਯੁਕਤ ਰਾਜ ਅਮਰੀਕਾ ਤੇ ਦੁਨੀਆ ਭਰ ਦੇ ਹੋਰ ਮਾਮਲਿਆਂ ਦੇ ਵਿੱਚ ਕੇਸਾਂ ਦੀਆਂ ਗਿਣਤੀਆਂ ਜਿਹੜੀਆਂ ਨੇ ਉਹ ਕੁਝ ਘਟੀਆਂ ਨੇ। ਟਰੂਡੋ ਨੇ ਕਿਹਾ ਕਿ ਇਹ ਟਿੱਪਣੀਆਂ ਅੱਜ ਸੈਂਟ ਜੌਨਸ ਬੋਰਡ ਆਫ ਟ੍ਰੇਡ ਦੁਆਰਾ ਆਯੋਜਿਤ ਇੱਕ ਸਮਾਗਮ ਦੇ ਵਿੱਚ ਇੱਕ ਵਰਚੁਅਲ ਪੇਸ਼ਕਾਰੀ ਦੌਰਾਨ ਵੀ ਕੀਤੀਆਂ ਗਈਆਂ, ਜਿੱਥੇ ਉਹਨਾਂ ਨੂੰ ਦੇਸ਼ ਦੇ ਸਖਤ ਪ੍ਰਭਾਵਿਤ ਸੈਰ ਸਪਾਟਾ ਸੈਕਟਰ ਦੀ ਸਹਾਇਤਾ ਕਰਨ ਦੇ ਤਰੀਕਿਆਂ ਤੇ ਦਬਾਅ ਪਾਇਆ ਗਿਆ ਸੀ। ਬੁਲੇਟਿਨ ਦੇ ਅਖੀਰ ਦੇ ਵਿੱਚ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਤੋਂ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ। ਪਿਛਲੇ ਥੋੜ੍ਹੇ ਦਿਨਾਂ ਤੋਂ ਇੱਕ ਕੰਟਰੋਵਰਸੀ ਸਾਡੇ ਸੂਬੇ ਦੇ ਵਿੱਚ ਚੱਲ ਰਹੀ ਸੀ ਜੇਸਨ ਕੈਨੀ ਤੇ ਉਹਨਾਂ ਦੇ ਮੰਤਰੀਆਂ ਨੂੰ ਲੈ ਕੇ। ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨ ਹੋਏ ਉਹਨਾਂ ਦੀ ਇੱਕ ਤਸਵੀਰ ਛਪੀ ਸੀਗੀ ਕਿ ਫੈਡਰਲ ਬਿਲਡਿੰਗ ਦੇ ਬਾਹਰ ਬੈਠੇ ਉਹ ਜਿਹੜੇ ਨੇ, ਜਿੱਥੇ ਉਹਨਾਂ ਦਾ ਅੱਜ ਕੱਲ੍ਹ ਦਫ਼ਤਰ ਆ, ਉਹਦੇ ਬਾਹਰ ਪੈਟੀਓ 'ਤੇ ਬੈਠੇ ਉਹ ਡਿਨਰ ਕਰ ਰਹੇ ਸੀ, ਜਿਹਨੂੰ ਬਾਅਦ ਦੇ ਵਿੱਚ ਉਹਨਾਂ ਨੇ ਵਰਕਿੰਗ ਡਿਨਰ ਦਾ ਨਾਂ ਦਿੱਤਾ ਸੀਗਾ। ਉਹਦੇ ਵਿੱਚ ਆਫ ਕੋਰਸ ਸ਼ਰਾਬ ਦੀਆਂ ਬੋਤਲਾਂ ਵੀ ਪਈਆਂ ਸੀਗੀਆਂ ਔਰ ਉਹ ਵੀ ਮਹਿੰਗੀ ਸ਼ਰਾਬ, ਪਰ ਉਹ ਕਿਹਾ ਗਿਆ ਕਿ ਬਈ ਉਹ ਉਹਨਾਂ ਨੇ ਆਪਣੇ ਪੈਸਿਆਂ ਨਾਲ ਖਰੀਦੀ ਆ, ਟੈਕਸ ਪੇਅਰ ਸਿਰ ਨਹੀਂ। ਗੱਲ ਇਹ ਹੋਈ ਜੀ ਵੀ ਕਿਸੇ ਸ਼ਖਸ ਨੇ ਉਹਨਾਂ ਦੇ ਨੌਲੇਜ ਤੋਂ ਬਿਨਾਂ ਉੱਥੇ ਬਾਹਰ ਬੈਠਿਆਂ ਦੀਆਂ ਤਸਵੀਰਾਂ ਖਿੱਚ ਲਈਆਂ। ਉਸ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਜਿਹੜੀ ਆ ਜੀ ਅਲਬਰਟਾ ਦੇ ਵਿੱਚ ਜਿਹੜੀ ਰੀਓਪਨਿੰਗ ਦੀ ਗੱਲ ਕੀਤੀ ਜਾ ਰਹੀ ਆ, ਉਹ ਨਿਯਮ ਜਿਹੜੇ ਸੀ ਲਾਗੂ ਹੋਏ ਸੀਗੇ, ਯਾਨੀ ਕਿ ਆਊਟਡੋਰ 10 ਬੰਦਿਆਂ ਦੀ ਗੈਦਰਿੰਗ ਹੋ ਸਕਦੀ ਸੀ, ਪਰ ਤੁਹਾਨੂੰ ਡਿਸਟੈਂਸ ਜਿਹੜਾ ਬਣਾਈ ਰੱਖਣਾ ਪੈਣਾ, ਯਾਨੀ ਕਿ 2 ਮੀਟਰ ਵਾਲਾ ਜਾਂ 6 ਫੁੱਟ ਵਾਲਾ ਕਹਿ ਲਓ। ਪਰ ਜਿੱਥੇ ਉਹਨਾਂ ਦੀ ਉਹ ਤਸਵੀਰਾਂ ਖਿੱਚੀਆਂ ਗਈਆਂ ਡਿਨਰ ਕਰਦਿਆਂ ਦੀਆਂ, ਉੱਥੇ ਨਾ ਤਾਂ ਉਹਨਾਂ ਦੇ ਮਾਸਕ ਪਾਏ ਹੋਏ ਸਨ ਅਤੇ ਨਾ ਹੀ ਉਹਨਾਂ ਦਾ 6 ਫੁੱਟ ਦਾ ਜਿਹੜਾ ਡਿਸਟੈਂਸ ਸੀਗਾ। ਜਦੋਂ ਪਹਿਲਾਂ ਜੇਸਨ ਕੈਨੀ ਹੋਰਾਂ ਨੂੰ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਆਪਣੀ ਇਹ ਗਲਤੀ ਮੰਨਣ ਤੋਂ ਇੱਕ ਕਿਸਮ ਦਾ ਇਨਕਾਰੀ ਹੋ ਗਏ। ਉਹ ਕਹਿੰਦੇ ਵੀ ਨਹੀਂ, ਅਸੀਂ ਫਾਲੋ ਕਰ ਰਹੇ ਸੀਗੇ। ਪਰ ਜਦੋਂ ਉਹਨਾਂ ਦੇ ਆਪਣੇ ਹੀ ਕੁਲੀਗ ਅਤੇ ਉਹਨਾਂ ਦੇ ਜਿਹੜੇ ਮੰਤਰੀ ਨੇ, ਉਹਨਾਂ ਨੇ ਹੁਣ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਸ਼ੁਰੂ ਕੀਤਾ ਕਿ ਨਹੀਂ ਬਈ ਉਹ ਗੱਲ ਜਿਹੜੀ ਸੀ ਗਲਤ ਸੀ, ਜਿਹਦੇ ਵਿੱਚ ਮਲਟੀਕਲਚਰਲ ਡਿਪਾਰਟਮੈਂਟ ਦੀ ਜਿਹੜੀ ਮੰਤਰੀ ਹੈ ਜੀ ਲੀਲਾ ਅਹੀਰ ਔਰ ਸੋਸ਼ਲ ਸਰਵਿਸਿਜ਼ ਦੀ ਮੰਤਰੀ ਰਾਜਨ ਸਾਨੀ ਕੈਲਗਰੀ ਤੋਂ ਨੇ, ਦੋਨੋਂ ਹੀ। ਉਹਨਾਂ ਨੇ ਵੀ ਜੇਸਨ ਕੈਨੀ ਹੋਰਾਂ ਨੂੰ ਕਿਹਾ ਕਿ ਉਹਨਾਂ ਨੇ ਇਹ ਜਿਹੜੀ ਗੱਲ ਆਈ ਆ ਬਾਹਰ ਸਾਹਮਣੇ ਉਹ ਗਲਤ ਆ, ਉਹਦੇ ਲਈ ਉਹਨਾਂ ਨੂੰ ਮਾਫੀ ਜਿਹੜੀ ਆ ਮੰਗ ਲੈਣੀ ਚਾਹੀਦੀ ਆ ਲੋਕਾਂ ਤੋਂ। ਅਤੇ ਅੱਜ ਫਿਰ ਅਖੀਰ ਦੇ ਵਿੱਚ ਜੀ ਜੇਸਨ ਕੈਨੀ ਹੋਰਾਂ ਨੇ ਲੋਕਾਂ ਪਾਸੋਂ ਜਿਹੜੀ ਮਾਫੀ ਆ ਉਹ ਇਹ ਕਹਿ ਕੇ ਮੰਗ ਲਈ ਕਿ ਮੈਨੂੰ ਬਾਈ ਐਗਜ਼ਾਮਪਲ ਜਿਹੜਾ ਲੋਕਾਂ ਨੂੰ ਮੋਹਰੇ ਲੀਡ ਕਰਨਾ ਚਾਹੀਦਾ, ਯਾਨੀ ਕਿ ਇੱਕ ਉਦਾਹਰਣ ਸੈੱਟ ਕਰਨੀ ਚਾਹੀਦੀ ਆ। ਪਰ ਉਹ ਕਹਿੰਦੇ ਕਿ ਮੈਂ ਕੋਸ਼ਿਸ਼ ਕੀਤੀ ਆ, ਪਰ ਮੈਂ ਪਰਫੈਕਟ ਨਹੀਂ ਉਸ ਗੱਲਬਾਤ ਦੇ ਵਿੱਚ ਹੋ ਸਕਿਆ। ਸੋ ਇਸ ਲਈ ਮੈਂ ਆਪਣੇ ਸਹਿਯੋਗੀਆਂ ਅਤੇ ਅਲਬਰਟਨਜ਼ ਤੋਂ ਸਾਰਿਆਂ ਤੋਂ ਮਾਫੀ ਮੰਗਦਾ ਕਿ ਇਹ ਗੱਲ ਇਸ ਤਰ੍ਹਾਂ ਹੋਈ ਆ ਔਰ ਅਗਾਂਹ ਤੋਂ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ, ਉਹਦੇ ਲਈ ਮੈਂ ਪੂਰਾ ਯਤਨ ਕਰਾਂਗਾ। ਸੋ ਇਹ ਅੱਜ ਗੱਲ ਕਹਿ ਕੇ ਜੇਸਨ ਕੈਨੀ ਹੋਰਾਂ ਨੇ ਜਿਹੜੇ ਜੀ ਅਲਬਰਟਨਜ਼ ਆ ਉਹਨਾਂ ਤੋਂ ਮਾਫੀ ਮੰਗ ਲਈ। ਯਾਦ ਰਹੇ ਕਿ ਸਾਡੇ ਸਾਬਕਾ ਪ੍ਰੀਮੀਅਰ ਜਿਹੜੇ ਪਹਿਲਾਂ ਜੀ ਹੋਇਆ ਕਰਦੇ ਸੀਗੇ ਰਾਲਫ ਕਲਾਈਨ ਹੋਰੀ, ਉਹਨਾਂ ਪਾਸੋਂ ਅਕਸਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਹੋਈਆਂ, ਪਰ ਉਹ ਕਿਸੇ ਦੇ ਕਹਿਣ ਦੀ ਬਜਾਏ ਖੁਦ ਹੀ ਉਸ ਗੱਲ ਲਈ ਮਾਫੀ ਮੰਗ ਲੈਂਦੇ ਸੀ ਅਤੇ ਗੱਲ ਗਾਂਹ ਚਲੇ ਜਾਂਦੀ ਸੀ, ਯਾਨੀ ਕਿ ਉਹਨਾਂ ਦੇ ਨਾਲ ਸਟਿੱਕ ਨਹੀਂ ਸੀ ਉਹ ਗੱਲ ਕਰਦੀ। ਜੇਸਨ ਕੈਨੀ ਹੋਰਾਂ ਨੂੰ ਇਹ ਜਿਹੜਾ ਲੋਕਾਂ ਨੇ ਹੁਣ ਉਹਨਾਂ ਦੇ ਆਪਣੇ ਹੀ ਜਿਹੜੇ ਮੰਤਰੀ ਔਰ ਉਹਨਾਂ ਦੇ ਕਾਕਸ ਦੇ ਕੁਝ ਇੱਕ ਮੈਂਬਰਾਂ ਨੇ ਵੀ ਉਹਨਾਂ ਨੂੰ ਜਦੋਂ ਕਿਹਾ ਤਾਂ ਫਿਰ ਆ ਕੇ ਅਖੀਰ ਦੇ ਵਿੱਚ ਜੇਸਨ ਕੈਨੀ ਹੋਰਾਂ ਨੇ ਅਲਬਰਟਨਸ ਤੋਂ ਮਾਫੀ ਮੰਗ ਲਈ ਹੈ ਅਤੇ ਅਗਾਂਹ ਨੂੰ ਵਾਅਦਾ ਕੀਤਾ ਹੈ ਕਿ ਉਹ ਬਾਈ ਐਗਜ਼ਾਮਪਲ ਲੋਕਾਂ ਨੂੰ ਲੀਡ ਕਰਨਗੇ ਇਸ ਕੋਵਿਡ-19 ਦੀ ਜਿਹੜੀ ਮਹਾਂਮਾਰੀ ਹੈ ਇਹਦੇ 'ਤੇ ਕਾਬੂ ਕਿਵੇਂ ਕਰਨਾ ਹੈ। ਦੋਸਤੋ, ਦੂਸਰੀ ਖਬਰ ਹੈ ਐਡਮਿੰਟਨ ਸ਼ਹਿਰ ਦੇ ਵਿੱਚ ਇੱਕ ਨਵਾਂ ਸਟੋਰ ਖੁੱਲ੍ਹਿਆ ਜੀ। ਪਹਿਲਾਂ ਕੈਲਗਰੀ ਦੇ ਵਿੱਚ ਵੀ ਖੁੱਲ੍ਹ ਚੁੱਕਾ ਔਰ ਰੈੱਡ ਡੀਅਰ ਦੇ ਵਿੱਚ। ਜੀ ਹਾਂ, ਕ੍ਰੇਜ਼ੀ ਬੈਂਜ ਸਟੋਰ ਉਹਦਾ ਨਾਂ ਰੱਖਿਆ ਗਿਆ ਕਿਉਂਕਿ ਜਿਹੜਾ ਐਮਾਜ਼ੋਨ ਸਟੋਰ ਹੈ ਤੁਹਾਨੂੰ ਪਤਾ ਸਾਰਿਆਂ ਨੂੰ, ਉੱਥੇ ਬਹੁਤ ਸਾਰੇ ਲੋਕ ਜਿਹੜਾ ਸਮਾਨ ਵਾਪਸ ਵੀ ਕਰਦੇ ਆ। ਹੁਣ ਉਹਨਾਂ ਨੇ ਨਵਾਂ ਤਰੀਕਾ ਲੱਭ ਲਿਆ ਜੀ ਵੀ ਜਿਹੜਾ ਸਮਾਨ ਵਾਪਸ ਕੀਤਾ ਜਾਂਦਾ ਉਹਨਾਂ ਨੂੰ ਉਹ ਲੋਕਾਂ ਨੂੰ ਵੀ ਫਿਰ ਕਿਸੇ ਨਾ ਕਿਸੇ ਢੰਗ ਤਰੀਕੇ 'ਚ ਵੇਚਿਆ ਜਾਵੇ। ਸੋ ਕੈਲਗਰੀ ਅਤੇ ਰੈੱਡ ਡੀਅਰ 'ਚ ਉਹਨਾਂ ਨੇ ਬੜਾ ਵਧੀਆ ਬਿਜ਼ਨਸ ਕੀਤਾ। ਉਹਨੂੰ ਦੇਖਦਿਆਂ ਹੋਇਆਂ ਹੁਣ ਉਹਨਾਂ ਨੇ ਐਡਮਿੰਟਨ ਦੇ ਵਿੱਚ ਵੀ ਇਹ ਸਟੋਰ 11531 160 ਸਟਰੀਟ ਵੈਸਟ ਐਂਡ ਦੇ ਵਿੱਚ ਖੋਲ੍ਹ ਦਿੱਤਾ ਆ
ਔਰ ਉੱਥੇ ਉਹਨਾਂ ਨੇ ਇੱਕ ਵੱਡੀ ਸਾਰੀ ਬਿਲਡਿੰਗ ਜਿਹੜੀ ਆ ਨੌਨ ਡਿਸਕ੍ਰਿਪਟ ਏਰੀਆ ਕਮਰਸ਼ੀਅਲ ਏਰੀਆ ਉੱਥੇ ਉਹ ਬਿਲਡਿੰਗ ਲਈ ਆ। ਔਰ ਉਸ ਬਿਲਡਿੰਗ ਦੇ ਵਿੱਚ ਜਿਵੇਂ ਆਪਣੇ ਉੱਥੇ ਵੱਡੀਆਂ ਵੱਡੀਆਂ ਖੋਲੀਆਂ ਬਣਾਈਆਂ ਹੁੰਦੀਆਂ ਜੀ, ਇਸ ਤਰ੍ਹਾਂ ਦੀਆਂ ਉਹ ਖੋਲੀਆਂ ਬਣਾ ਕੇ ਉਹਨਾਂ ਦੇ ਵਿੱਚ ਸਮਾਨ ਨਾਲ ਉਹ ਭਰ ਦਿੰਦੇ ਨੇ ਅਤੇ ਲੋਕਾਂ ਨੂੰ 30 ਮਿੰਟ ਦਿੱਤੇ ਜਾਂਦੇ ਵੀ ਤੁਸੀਂ 30 ਮਿੰਟ ਦੇ ਅੰਦਰ ਅੰਦਰ ਆ ਕੇ ਉੱਥੇ ਜਿਹੜੀ ਆਪਣੀ ਸ਼ਾਪਿੰਗ ਕਰਨੀ ਆ ਕਰੋ। ਉੱਥੇ ਟੋਇਜ਼ ਵੀ ਮਿਲਦੇ ਆ ਜੀ, ਹਾਊਸ ਹੋਲਡ ਦਾ ਸਮਾਨ ਵੀ ਮਿਲਦਾ, ਨਾਲ ਦੀ ਨਾਲ ਤੁਹਾਨੂੰ ਟੂਲਸ ਵੀ ਮਿਲਦੇ ਨੇ, ਇਲੈਕਟ੍ਰੋਨਿਕਸ ਦਾ ਸਮਾਨ ਵੀ ਮਿਲਦਾ। ਸੋ ਉਹਨਾਂ ਦੀਆਂ ਕੀਮਤਾਂ ਜਿਸ ਦਿਨ ਉਹ ਪਹਿਲੇ ਦਿਨ ਭਰਿਆ ਜਾਂਦਾ ਜੀ ਉਸ ਦਿਨ ਉਹਦੀ $25 ਦੀ ਕੀਮਤ ਆ, ਫਿਰ ਵਿੱਚ ਵਿਚਾਲੇ ਫਿਰ ਉਹਨੂੰ ਇੱਕ ਦਿਨ ਭਰਦੇ ਆ, ਫਿਰ ਉਸ ਦਿਨ ਕੀਮਤ $10 ਹੋ ਜਾਂਦੀ ਆ, ਅਤੇ ਫਿਰ ਇੱਕ ਦਿਨ ਉੱਥੇ ਜੀ ਕੀਮਤ ਜਦੋਂ ਸਮਾਨ ਕਹਿ ਲਓ ਖਾਲੀ ਹੋਣ ਵਾਲਾ ਹੁੰਦਾ ਜੀ ਤਾਂ $1 ਹੋ ਜਾਂਦੀ ਆ ਸਾਰੇ ਸਮਾਨ ਦੀ। ਕੋਈ ਵੀ ਆਈਟਮ ਚੱਕ ਲਓ, ਉਹਨਾਂ ਦੀਆਂ ਕੁਝ ਕੰਡੀਸ਼ਨਾਂ ਲਾਈਆਂ ਹੋਈਆਂ ਵੀ ਤੁਸੀਂ ਸਾਰਾ ਸਮਾਨ ਹੀ ਨਹੀਂ ਉੱਥੋਂ ਮਤਲਬ ਇੱਕ ਤਰ੍ਹਾਂ ਦੀਆਂ ਸਾਰੀਆਂ ਆਈਟਮਾਂ ਨਹੀਂ ਚੱਕ ਲੈਣੀਆਂ, ਆਈਟਮ ਇੱਕ ਇੱਕ ਹੀ ਲਿਆਉਣੀ ਹੈ। ਸੋ ਇਸ ਤਰ੍ਹਾਂ ਦੀਆਂ ਉਹਨਾਂ ਕੰਡੀਸ਼ਨਸ ਰੱਖੀਆਂ ਹੋਈਆਂ ਨੇ। ਪਰ ਲੋਕਾਂ ਨੂੰ ਦੇਖੋ ਗੱਲ ਆ ਜੀ ਵੀ ਲੋਕੀ ਭਾਲਦੇ ਰਹਿੰਦੇ ਆ ਵੀ ਸਾਨੂੰ ਕੋਈ ਨਾ ਕੋਈ ਡੀਲ ਵਧੀਆ ਮਿਲ ਜਾਏ, ਪਰ ਹੁਣ ਇੱਥੇ ਉਹਨਾਂ ਨੂੰ ਕੰਮ ਕਰਨਾ ਪਏਗਾ ਕਿ ਵਾਕਈ ਜਿਹੜਾ ਸਮਾਨ ਉਹ ਖਰੀਦਣ ਲੱਗੇ ਉਹਨਾਂ ਨੂੰ ਡੀਲ ਆ ਕਿ ਬਾਹਰੋਂ ਉੱਦਾਂ ਹੀ ਸਮਾਨ ਉਸ ਭਾਅ ਦਾ ਮਿਲਦਾ ਜਾਂ ਉਦੋਂ ਸਸਤਾ ਮਿਲਦਾ, ਇਹ ਦੇਖਣਾ ਪਏਗਾ। ਇਹ ਤਾਂ ਹੋ ਗਈ ਜੀ ਲੋਕਾਂ ਪ੍ਰਤੀ ਗੱਲ, ਪਰ ਜਿਹੜੇ ਉੱਥੋਂ ਦੇ ਆਲੇ ਦੁਆਲੇ ਦੇ ਹੋਰ ਲੋਕ ਬਿਜ਼ਨਸ ਵਾਲੇ ਆ ਜਾਂ ਵਪਾਰੀ ਨੇ ਜਾਂ ਇੰਡਸਟਰੀ ਵਾਲੇ ਨੇ ਉਹ ਬੜੇ ਦੁਖੀ ਹੋਇਆ। ਉਹ ਕਹਿੰਦੇ ਜੀ ਵੀ ਇੰਨਾ ਜ਼ਿਆਦਾ ਇੱਥੇ ਟ੍ਰੈਫਿਕ ਜਿਹੜਾ ਉਹਨਾਂ ਲਈ ਪ੍ਰੋਬਲਮਸ ਕ੍ਰੀਏਟ ਕਰ ਰਿਹਾ, ਔਰ ਉਹ ਸਿਟੀ 'ਤੇ ਗੁੱਸਾ ਕਰ ਰਿਹਾ ਵੀ ਇਹਨਾਂ ਨੇ ਸਿਟੀ ਨੇ ਅਲਾਓ ਕਿੱਦਾਂ ਕਰ ਦਿੱਤਾ ਉਸ ਏਰੀਏ ਦੇ ਵਿੱਚ ਇਸ ਸਟੋਰ ਨੂੰ ਚੱਲਣਾ। ਪਰ ਹਾਲ ਦੀ ਘੜੀ ਜਿਹੜੇ ਲੋਕ ਜੀ ਉੱਥੋਂ ਸਸਤਾ ਸਮਾਨ ਖਰੀਦਣਾ ਚਾਹੁੰਦੇ ਆ ਉਹ ਕੀ ਕਹਿੰਦੇ ਆ ਵੱਡੀਆਂ ਵੱਡੀਆਂ ਲਾਈਨਾਂ ਦੇ ਵਿੱਚ ਉੱਥੇ ਲੋਕ ਪਹੁੰਚ ਰਹੇ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।